ਵਾਹਿਗੁਰੂ 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 ਵਾਹਿਗੁਰੂ। ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸਾਧ ਸੰਗਤ ਦਾ ਬੜਾ ਧੰਨਵਾਦ ਕਰਦਾ। ਮੈਂ ਐਡਵੋਕੇਟ ਇੰਦਰਜੀਤ ਸਿੰਘ ਚੀਮਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਪੰਜਾਬ, ਇੰਡੀਆ ਤੋਂ ਅਸੀਂ ਇੱਥੇ ਆਏ ਹਾਂ ਇਹ ਧਾਰਮਿਕ ਯਾਤਰਾ 'ਤੇ। ਬੜਾ ਮਨ ਨੂੰ ਸਕੂਨ ਮਿਲ ਰਿਹਾ ਗੁਰੂ ਨਾਨਕ ਦੇ ਘਰ ਆ ਕੇ। ਬੜੇ ਲੰਬੇ ਸਮੇਂ ਤੋਂ ਸਾਡੀ ਸਿੱਖ ਸੰਗਤ ਅਰਦਾਸ ਕਰਦੀ ਸੀ, ਉਹ ਅਰਦਾਸ ਹੈ ਜਿਹੜੀ ਉਹ ਵਾਹਿਗੁਰੂ ਨੇ, ਸਤਿਗੁਰੂ ਨੇ, ਗੁਰੂ ਨਾਨਕ ਨੇ ਸਾਡੀ ਪ੍ਰਵਾਨ ਕਰ ਲਈ ਹੈ। ਦੋਨੇ ਮੁਲਕ ਦੀਆਂ ਸਰਕਾਰਾਂ ਨੇ ਜਿਹੜਾ ਲਾਂਘਾ ਖੋਲ੍ਹਿਆ ਉਹਨੂੰ ਬੜਾ ਵੱਡਾ ਭਰਮਾ ਹੁੰਗਾਰਾ ਮਿਲ ਰਿਹਾ। ਕੁਝ ਸੱਜਣ ਉੱਤੇ ਕਿੰਤੂ ਪਰੰਤੂ ਵੀ ਕਰ ਰਹੇ ਨੇ। ਸਾਨੂੰ ਦੋਨੇ ਪੱਖ ਵੇਖਣੇ ਚਾਹੀਦੇ ਨੇ, ਨੈਗੇਟਿਵ ਵੀ ਤੇ ਪੋਜ਼ੀਟਿਵ ਵੀ, ਪਰ ਜ਼ਿਆਦਾ ਧਿਆਨ ਸਾਨੂੰ ਪੋਜ਼ੀਟਿਵ ਵੱਲ ਦੇਣਾ ਚਾਹੀਦਾ ਹੈ। ਸ਼ਹਿਦ ਦੀ ਮੱਖੀ ਬਣਨਾ ਚਾਹੀਦਾ, ਸ਼ਹਿਦ ਦੀ ਮੱਖੀ ਬਣਨਾ ਚਾਹੀਦਾ ਹੈ। ਸਾਨੂੰ ਨੈਗੇਟਿਵ ਗੱਲਾਂ ਵੱਲ ਨਹੀਂ ਜਾਣਾ ਚਾਹੀਦਾ, ਕਿਉਂਕਿ ਹਮੇਸ਼ਾ ਹੀ ਇਸ ਸੰਸਾਰ ਦੇ ਵਿੱਚ ਇੱਦਾਂ ਦੇ ਇਨਸਾਨ ਜਾਂ ਇੱਦਾਂ ਦੀਆਂ ਏਜੰਸੀਆਂ ਕੰਮ ਕਰਦੀਆਂ ਜਿਹੜੀਆਂ ਇਨਸਾਨੀਅਤ ਨੂੰ ਵੰਡ ਰਹੀਆਂ ਨੇ। ਬਿਲਕੁਲ ਸਹੀ ਕਹਿ ਰਹੇ। ਕਿਉਂਕਿ ਜਿਹੜਾ ਸੰਨ 47 ਦਾ ਦੁਖਾਂਤ ਸੀ ਉਹ ਸਾਡੇ ਪੰਜਾਬੀ ਲੋਕਾਂ ਨੇ ਸਭ ਤੋਂ ਜ਼ਿਆਦਾ ਹੰਢਾਇਆ। ਪੰਜਾਬੀਆਂ ਦੇ ਪਿਆ ਜੀ, ਪੰਜਾਬੀਆਂ 'ਤੇ ਪਿਆ। ਜਿਹੜੀ ਉਹ ਵੰਡ ਸੀ, ਮੇਰੇ ਬਜ਼ੁਰਗ ਵੀ ਜ਼ਿਲ੍ਹਾ ਸਿਆਲਕੋਟ, ਤਹਿਸੀਲ ਡਸਕਾ ਦੇ ਵਿੱਚ ਪਿੰਡ ਪੈਂਦਾ ਵਰਸਾਲ ਕੇ, ਉੱਥੋਂ ਗਏ ਸਨ। ਸਾਡੇ ਪੰਜਾਬ ਦੇ ਵਿੱਚ ਇੱਕ ਧਾਰਨਾ ਹੈ ਕਿ ਜੇਕਰ ਤੁਸੀਂ ਵਿਜ਼ਟਰ ਵੀਜ਼ੇ 'ਤੇ ਜਾਂ ਪਾਕਿਸਤਾਨ ਵਿਜ਼ਿਟ ਕਰ ਲਿਆ ਤਾਂ ਤੁਹਾਨੂੰ ਹੋਰ ਕਿਸੇ ਵੱਡੇ ਦੇਸ਼ ਨੇ ਵੀਜ਼ਾ ਨਹੀਂ ਦੇਣਾ। ਜਦੋਂ ਇਹ ਧਾਰਨਾ ਸਾਡੇ ਤੱਕ ਪਹੁੰਚੀ ਤਾਂ ਅਸੀਂ 5-4 ਐਡਵੋਕੇਟ ਦੋਸਤਾਂ ਨੇ ਇਹ ਡਿਸੀਜਨ ਲਿਆ, ਕਿਉਂਕਿ ਜੋ ਪੇਸ਼ੇ ਤੋਂ ਵਕੀਲ ਹੁੰਦਾ ਨਾ, ਉਹ ਸੁਸਾਇਟੀ ਦੇ ਵਿੱਚ ਥੋੜ੍ਹੀ ਆਮ ਬੰਦੇ ਤੋਂ ਸਮਝ ਜ਼ਿਆਦਾ ਰੱਖਦਾ, ਕਾਨੂੰਨ ਕਾਇਦੇ ਨੂੰ ਸਮਝਦਾ, ਕਾਨੂੰਨ ਕਾਇਦੇ ਨੂੰ ਸਮਝਦਾ। ਜੇ ਅਸੀਂ ਵੀ ਪਿੱਛੇ ਲੁਕ ਗਏ, ਹਜ਼ੂਮ ਦੇ ਪਿੱਛੇ ਲੱਗ ਗਏ, ਫਿਰ ਸਾਡੀ ਵਿੱਦਿਆ ਦਾ ਜਿਹੜੀ ਅਸੀਂ ਪੜ੍ਹਾਈ ਕੀਤੀ ਹੈ ਉਹਦਾ ਕੀ ਫਾਇਦਾ ਹੋਇਆ। ਅਸੀਂ ਇੱਕ ਅਲੱਗ ਰਸਤਾ ਬਣਾਇਆ ਸੀ, ਇੱਕ ਆਵਾਮ ਨੂੰ, ਇੱਕ ਲੋਕਾਂ ਨੂੰ ਮੈਸੇਜ ਦੇਣਾ ਚਾਹਿਆ ਕਿ ਇੱਦਾਂ ਦੀ ਕੋਈ ਗੱਲ ਨਹੀਂ। ਮੇਰਾ ਫਰੈਸ਼ ਪਾਸਪੋਰਟ ਹੈ, ਮੈਂ ਫਸਟ ਟਾਈਮ ਜਿਹੜਾ ਇੱਥੇ ਟਰੈਵਲ ਕਰ ਰਿਹਾ। ਪਹਿਲੀ ਮਤਲਬ ਤੁਹਾਡਾ ਵੀਜ਼ਾ ਪਾਕਿਸਤਾਨ ਦਾ ਲੱਗਿਆ। ਜੇ ਕੋਈ ਦੇਖਣਾ ਹੋਵੇ ਤਾਂ ਮੈਂ ਦਿਖਾ ਵੀ ਸਕਦਾ। ਓਕੇ, ਫਸਟ ਟਾਈਮ ਲੱਗਿਆ। ਜਦੋਂ ਅਸੀਂ ਸਰਹੰਦ ਰੇਲਵੇ ਸਟੇਸ਼ਨ ਤੋਂ ਚੜ੍ਹਨ ਲੱਗੇ ਸੀ, ਉੱਥੇ ਵੀ ਸਾਡੇ ਲੋਕਲ ਮੀਡੀਆ ਨੇ ਸਾਡੀ ਇੰਟਰਵਿਊ ਕੀਤੀ, ਤਾਂ ਮੈਂ ਉੱਥੇ ਜ਼ੋਰ ਦਿੱਤਾ, ਇੱਕ ਗੱਲ ਆਖੀ, ਗੁਰੂ ਲਈ ਅਸੀਂ ਜਾ ਰਹੇ ਹਾਂ ਜੀ।
ਜਿਹੜੀ ਵੰਡ ਹੋਈ ਸੀ ਉਹ ਵੀ ਧਰਮ ਦੇ ਨਾਂ ਤੇ ਹੋਈ ਸੀ, ਬਿਲਕੁਲ ਧਰਮ ਦੇ ਨਾਮ ਤੇ। ਧਰਮ ਦੇ ਨਾਂ ਤੇ ਹੋਈ ਸੀ। ਸਾਡੇ ਬਜ਼ੁਰਗਾਂ ਨੇ ਆਖਿਆ ਕਿ ਠੀਕ ਹੈ ਅਸੀਂ ਧਰਮ ਨਹੀਂ ਛੱਡਣਾ, ਅਸੀਂ ਘਰ-ਬਾਰ ਛੱਡ ਦਿਆਂਗੇ, ਅਸੀਂ ਜ਼ਮੀਨ ਜਾਇਦਾਦ ਸਭ ਕੁਝ ਛੱਡ ਦਿਆਂਗੇ, ਪਰ ਅਸੀਂ ਧਰਮ ਨਹੀਂ ਛੱਡਣਾ। ਤੁਸੀਂ ਸੋਚ ਸਕਦੇ ਹੋ ਕੀ ਅਸੀਂ ਅਮਰੀਕਾ, ਕੈਨੇਡਾ, ਇੰਗਲੈਂਡ ਦੇ ਵੀਜ਼ਿਆਂ ਨੂੰ ਠੋਕਰ ਨਹੀਂ ਮਾਰ ਸਕਦੇ ਧਰਮ ਲਈ? ਮਾਰ ਸਕਦੇ ਆ ਜੀ। ਜਦੋਂ ਇੱਕ ਵਸੇ ਵਸਾਏ ਘਰ ਛੱਡ ਦਿੱਤੇ ਹੈ, ਜ਼ਮੀਨਾਂ ਜ਼ਮੀਨਾਂ ਜਾਇਦਾਦਾਂ ਸਾਰਾ ਕੁਝ ਛੱਡ ਦਿੱਤਾ ਹੈ, ਤੇ ਪ੍ਰਮਾਤਮਾ ਨੇ ਕੋਈ ਕਮੀ ਨਹੀਂ ਛੱਡੀ, ਕੋਈ ਕਮੀ ਨਹੀਂ ਛੱਡੀ, ਨਸੀਬ ਦਾ ਲਿਖਿਆ ਮਿਲਣ ਡਿਆ। ਤੇ ਇਹ ਮੈਨੂੰ ਪੂਰਾ ਵਿਸ਼ਵਾਸ ਹੈ ਇਸ ਗੱਲ ਦਾ ਕਿ ਇਦਾਂ ਦੀ ਕੋਈ ਕਮੀ ਨਹੀਂ ਰਹੇਗੀ, ਕੋਈ ਗੱਲ ਨਹੀਂ ਰਹੇਗੀ। ਤੇ ਅਸੀਂ ਸ਼ੁਕਰਗੁਜ਼ਾਰ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਿਨ੍ਹਾਂ ਨੇ ਇਹ ਸਬੱਬ ਬਣਿਆ ਸਾਡਾ, ਅਸੀਂ ਸਾਰੇ ਯਾਰ ਦੋਸਤ ਇਕੱਠੇ ਹੋ ਕੇ ਇੱਥੇ ਆਏ ਹਾਂ ਤੇ ਦਰਸ਼ਨ ਕੀਤਾ। ਤੁਹਾਡਾ ਮੀਡੀਆ ਕਰਮੀਆਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ। ਪ੍ਰਮਾਤਮਾ ਇਹ ਪਿਆਰ ਮੁਹੱਬਤ ਇਸ ਤਰ੍ਹਾਂ ਕਾਇਨਾਤ ਦੇ ਵਿੱਚ ਬਣਾਈ ਰੱਖੇ। ਸਾਡੀ ਇਹੀ ਅਰਦਾਸ ਹੈ। ਲਹੂ ਮਾਸ ਦਾ ਬਣਿਆ ਹੋਇਆ ਇਨਸਾਨ ਹੈ, ਕੁਝ ਵੀ ਨਹੀਂ ਜੀ, 1 ਮਿੰਟ ਦਾ ਨਹੀਂ ਪਤਾ, 1 ਮਿੰਟ ਦਾ ਨਹੀਂ। ਮੈਂ ਇੰਨਾ ਬਹੁਤ ਜ਼ਿਆਦਾ ਤਹਿ ਦਿਲੋਂ ਧੰਨਵਾਦ ਕਰਦਾ। ਬੜਾ ਪਿਆਰ ਦਿੱਤਾ ਜਾ ਰਿਹਾ ਇੱਥੇ ਆਵਾਮ ਵੱਲੋਂ। ਇੰਨੀ ਖੁਸ਼ੀ ਹੋਈ ਹੈ ਜਦੋਂ ਅਸੀਂ ਬੱਸ ਦੇ ਵਿੱਚ ਆ ਰਹੇ ਸੀ ਤੇ ਸੜਕ ਦੇ ਕੰਢੇ ਤੇ ਆਵਾਮ ਖਲੋਤਾ ਸੀ, ਜਿਹੜਾ ਦੋਨੇ ਹੱਥ ਹਿਲਾ ਕੇ ਜੀ ਆਇਆਂ ਆਖਦਾ ਸੀ, ਤੇ ਮਨ ਨੂੰ ਇੰਨਾ ਸਕੂਨ ਮਿਲਦਾ ਸੀ। ਸਾਨੂੰ ਇਹ ਨਹੀਂ ਸੀ ਲੱਗ ਰਿਹਾ ਕਿ ਅਸੀਂ ਕਿਸੇ ਵਿਦੇਸ਼ 'ਚ ਆਏ ਹਾਂ। ਜੀ ਸਾਨੂੰ ਇਹ ਲੱਗਦਾ ਸੀ ਅਸੀਂ ਆਪਣੇ ਘਰ ਜਾ ਰਹੇ ਹਾਂ। ਤੁਸੀਂ ਇਹ ਗੱਲ ਮੰਨੋਗੇ, ਖੁਦ ਸਾਡੇ ਜਿਹੜੇ ਬਲੱਡ ਦੀ ਸਰਕੂਲੇਸ਼ਨ ਸੀ, ਜਿਹਨੂੰ ਆਪਾਂ ਹਾਰਟ ਬੀਟ ਕਹਿੰਦੇ ਆ, ਉਹ ਸਰਕਮਸਟੈਂਸਸ ਦੇ ਅਕੋਰਡਿੰਗ ਚੇਂਜ ਹੁੰਦੀ ਰਹਿੰਦੀ ਹੈ ਬੰਦੇ ਦੀ। ਜੀ ਤੁਸੀਂ ਵੇਖਿਓ ਜਿੱਥੇ ਡਰ ਦਾ ਮਾਹੌਲ ਹੋਏਗਾ ਤੁਹਾਡੀ ਦਿਲ ਦੀ ਧੜਕਣ ਵੱਧ ਤੇਜ਼ ਹੋ ਜਾਏਗੀ, ਪਰ ਜਦੋਂ ਅਸੀਂ ਪਾਕਿਸਤਾਨ ਦੀ ਧਰਤੀ ਤੇ ਪੈਰ ਰੱਖਿਆ ਤਾਂ ਜਿਹੜੀਆਂ ਧੜਕਣਾਂ ਸਾਨੂੰ ਨਾਰਮਲ ਹੋ ਗਈਆਂ। ਉਹ ਪਿਆਰ ਵੇਖ ਕੇ, ਉਹ ਮੁਹੱਬਤ ਵੇਖ ਕੇ ਧਿਆਨ ਉਧਰ ਚਲਾ ਗਿਆ ਨਾ, ਧਿਆਨ ਉਧਰ ਚਲਾ ਗਿਆ। ਇੰਨਾ ਪਿਆਰ, ਉਹ ਜਿਹੜਾ ਇੱਕ ਡਰ ਪੈਦਾ ਕੀਤਾ ਜਾ ਰਿਹਾ ਸੀ ਉਹ ਕੁਝ ਵੀ ਨਹੀਂ ਹੈਗਾ, ਖਤਮ ਹੋ ਗਿਆ। ਅਫਵਾਹ ਕਹਿੰਦੇ ਜੀ ਕਿਸੇ ਚੀਜ਼ ਦੇ ਹੋਣੇ ਔਰ ਨਾ ਹੋਣੇ ਦੇ ਦਰਮਿਆਨੀ ਵਕਫੇ ਨੂੰ ਕਹਿੰਦੇ ਆ। ਜਦੋਂ ਤੁਸੀਂ ਕਿਸੇ ਦੇ ਸਾਹਮਣੇ ਕੁਝ ਕਰ ਲੈਂਦੇ ਆ, ਅਫਵਾਹ ਦਮ ਤੋੜ ਦਿੰਦੀ ਆ, ਆਪਣਾ ਦਮ ਤੋੜ ਦਿੰਦੀ। ਤੇ ਤੁਸੀਂ ਜਦੋਂ ਆਪਣਾ ਪਾਕਿਸਤਾਨ ਦੀ ਧਰਤੀ ਤੇ ਕਦਮ ਰੱਖਿਆ, ਤੁਹਾਨੂੰ ਲੋਕਾਂ ਦਾ ਪਿਆਰ ਮਿਲਿਆ, ਅਫਵਾਹ ਜਿਹੜੀ ਸੀ ਉਹ ਖਤਮ ਹੋ ਗਈ। ਇਸ ਕਰਕੇ ਬਹੁਤ ਚੰਗਾ ਲੱਗ ਰਿਹਾ। ਅਸੀਂ 5 ਐਡਵੋਕੇਟ ਆ ਜਿਹੜੇ ਆਏ ਆ। ਮੇਰੇ ਨਾਲ ਬੜੇ ਸੂਝਵਾਨ ਮੇਰਾ ਵੱਡਾ ਭਰਾ ਏ ਗਗਨਦੀਪ ਸਿੰਘ ਘਰਾਇਆ ਨੇ, ਐਡਵੋਕੇਟ ਨੇ ਸਾਡੇ ਇਹ, ਤੇ ਬਾਟ ਸਾਹਿਬ ਨੇ, ਕੈਂਪੀ ਵੀਰ ਨੇ, ਢਿੱਲੋਂ ਸਾਹਿਬ ਨੇ, ਸਾਰੇ ਅਸੀਂ ਆਏ ਆ। ਤੇ ਇੱਧਰ ਆਓ ਜੀ ਢਿੱਲੋਂ ਸਾਹਿਬ, ਆ ਜਾਓ ਬਰਾਬਰ ਖੜੋ, ਇੱਧਰ ਆਓ ਬਾਟ ਸਾਹਿਬ ਆ ਜਾਓ। ਬਾਟ ਸਾਹਿਬ ਆਓ। ਕੀ ਨਾਂ ਜੀ ਆਪਣਾ? ਮੇਰਾ ਦਵਿੰਦਰ ਸਿੰਘ ਬਾਠ। ਅੱਛਾ ਜੀ। ਵਕੀਲ ਤਾਂ ਜੀ ਸਾਡੇ ਮੁਲਕ 'ਚ ਵੀ ਛਾਏ ਪਏ ਆ, ਤੁਹਾਡੇ ਦਾ ਹੁਣ ਸਾਨੂੰ ਨਹੀਂ ਪਤਾ। ਇੱਥੇ ਤਾਂ ਵਕੀਲਾਂ ਤੋਂ ਲੋਕ ਬਹੁਤ ਡਰਦੇ ਆ। ਨਹੀਂ ਡਰਨੇ ਵਾਲੀ ਗੱਲ ਨਹੀਂ। ਜਿੱਦਾਂ ਕਿਹਦਾ ਲੱਗਾ ਤੁਹਾਨੂੰ ਆ ਕੇ? ਬਹੁਤ ਜ਼ਿਆਦਾ ਵਧੀਆ। ਅੱਛਾ। ਜਿਹੜੀ ਗੱਲ ਸੋਚੀ ਨਹੀਂ ਸੀ ਉਹ ਬਹੁਤ ਈਜ਼ੀਲੀ ਪੋਸੀਬਲ ਹੋਈ ਹੈ। ਤੇ ਆ ਕੇ ਨਤਮਸਤਕ ਹੋਏ ਆ ਗੁਰਦੁਆਰਾ ਸਾਹਿਬ ਬਾਬਾ ਜੀ ਦੇ ਚਰਨਾਂ 'ਚ, ਬਹੁਤ ਜ਼ਿਆਦਾ ਵਧੀਆ ਲੱਗਿਆ। ਤੇ ਕਦੇ ਸੋਚਿਆ ਨਹੀਂ ਸੀ ਕਿ ਇੰਨਾ ਈਜ਼ੀਲੀ ਅਸੀਂ ਇੱਥੇ ਪਹੁੰਚ ਸਕਾਂਗੇ। ਮਨ 'ਚ ਜੋ ਵਹਿਮ ਸੀ ਉਹ ਸਾਰੇ ਦੂਰ ਹੋ ਗਏ। ਕੋਈ ਇੱਦਾਂ ਦੀ ਗੱਲ ਨਹੀਂ ਹੈ ਜਿਹੜੀ ਗੱਲ ਬਾਹਰ ਸੁਣਨ ਨੂੰ ਮਿਲਦੀ ਹੈ ਕਿ ਇੱਦਾਂ ਦਾ ਮਾਹੌਲ ਹੈ, ਇੱਦਾਂ ਦੀ ਕੋਈ ਗੱਲ ਨਹੀਂ ਲੱਗੀ। ਵੀਰ ਜੀ, ਤੁਸੀਂ ਇੱਕ ਜਿਸ ਤਰ੍ਹਾਂ ਭਾਈ ਹੁਣਿਆਂ ਨੇ ਦੱਸਿਆ ਕਿ ਮੈਂ ਪਹਿਲਾ ਵੀਜ਼ਾ ਜਿਹੜਾ ਪਾਕਿਸਤਾਨ ਦਾ ਲਵਾਇਆ, ਕਿ ਤੁਸੀਂ ਮਿਸਾਲ ਕਾਇਮ ਕਰਤੀ ਆ ਕਿ ਉਹਨਾਂ ਲੋਕਾਂ ਲਈ ਇੱਕ ਸੁਨੇਹਾ ਆ ਜਿਹੜੇ ਲੋਕ ਇਹ ਕਹਿੰਦੇ ਆ ਕਿ ਦੁਬਾਰਾ ਵੀਜ਼ਾ ਨਹੀਂ ਲੱਗਣਾ। ਤੁਸੀਂ ਬਹੁਤ ਵਧੀਆ ਕੰਮ ਕੀਤਾ, ਇੱਕ ਆਪਣੀ ਕੌਮ ਲਈ ਤੁਸੀਂ ਇੱਕ ਬਹੁਤ ਵਧੀਆ ਕੰਮ ਕਰ ਦਿੱਤਾ ਇਹ ਕੰਮ। ਬਿਲਕੁਲ। ਮੇਰਾ ਆਪਣਾ ਵੀ ਫਰੈਸ਼ ਵੀਜ਼ਾ ਹੈ। ਪਾਸਪੋਰਟ 6 ਮਹੀਨੇ ਪਹਿਲਾਂ ਬਣਿਆ ਸੀਗਾ। ਸਭ ਤੋਂ ਪਹਿਲਾ ਵੀਜ਼ਾ ਮੇਰਾ ਪਾਕਿਸਤਾਨ ਦਾ। ਇਸ ਤੋਂ ਬਾਅਦ ਹੋਰ ਕੰਟਰੀਜ਼ ਲਈ ਵੀ ਅਸੀਂ ਐਜ਼ ਏ ਟੂਰਿਸਟ ਅਪਲਾਈ ਕਰਾਂਗੇ। ਸਾਨੂੰ ਕੋਈ ਇੱਦਾਂ ਦਾ ਵਹਿਮ ਨਹੀਂ ਹੈ ਕਿ ਕਿਸੇ ਹੋਰ ਕੰਟਰੀ ਦਾ ਵੀਜ਼ਾ ਨਹੀਂ ਲੱਗੂਗਾ ਸਾਡਾ। ਜਿੱਥੇ ਅਸੀਂ ਬਾਬਾ ਜੀ ਦੇ, ਇਹ ਤਾਂ ਪੜ੍ਹੀ ਲਿਖੀ ਔਰ ਮੈਚੁਰ ਸੋਚ ਆ, ਵਰਨਾ ਜਿਹੜੇ ਲੋਕ ਨਹੀਂ ਇਹਨਾਂ ਗੱਲਾਂ ਨੂੰ ਸਮਝਦੇ ਉਹ ਇਸ ਚੀਜ਼ ਤੇ ਯਕੀਨ ਕਰਕੇ ਬੈਠੇ ਆ। ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਜਿੱਥੇ ਆਪਾਂ ਬਾਬਾ ਜੀ ਦੇ ਚਰਨਾਂ 'ਚ, ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਾਡਾ ਵੀਜ਼ਾ ਕੈਨੇਡਾ ਅਮਰੀਕਾ ਦਾ ਲੱਗੇ, ਇੱਥੇ ਆਉਣ ਨਾਲ ਖਤਮ ਕਿੱਦਾਂ ਹੋ ਸਕਦਾ ਹੈ? ਨਹੀਂ, ਇੱਥੇ ਆ ਕੇ ਆਪਾਂ ਬਾਬਾ ਜੀ ਦੇ ਚਰਨਾਂ 'ਚ ਆ ਰਹੇ ਹਾਂ ਤਾਂ ਇਹ ਚੀਜ਼ ਰੁਕਾਵਟ ਕਿੱਦਾਂ ਹੋ ਸਕਦੀ ਹੈ ਉਹਨਾਂ ਗੱਲਾਂ ਵਾਸਤੇ? ਤੇ ਇਹ ਬਹੁਤ ਮਤਲਬ ਮਨ 'ਚ ਸ਼ਰਧਾ ਸੀ ਤੇ ਸਾਡੀ ਜਿਹੜੀ ਪੂਰੀ ਹੋਈ ਹੈ। ਅੱਜ ਅਸੀਂ ਮੱਥਾ ਟੇਕਿਆ, ਬਹੁਤ ਬਹੁਤ ਪਿਆਰ ਮਿਲਿਆ ਸਾਰੇ। ਥੈਂਕ ਯੂ ਜੀ। ਥੈਂਕ ਯੂ। ਹਾਂਜੀ, ਦੱਸਿਓ ਜ਼ਰਾ ਆਪਣਾ ਨਾਂ ਜੀ। ਮੈਂ ਗਗਨਦੀਪ ਸਿੰਘ ਘਰਾਇਆ, ਐਡਵੋਕੇਟ
ਫਤਿਹਗੜ੍ਹ ਸਾਹਿਬ ਉਹ ਸ਼ਹੀਦਾਂ ਦੀ ਧਰਤੀ ਤੋਂ ਜਿੱਥੇ 1704 ਦੇ ਵਿੱਚ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ, ਪਰਮ ਪੂਜਨੀ ਗੁਰਦੇਵ ਮਾਤ ਗੁਜਰੀ ਜੀ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਨ, ਉਹਨਾਂ ਦਾ ਸ਼ਹੀਦੀ ਹੋਈ। ਉਸ ਪਵਿੱਤਰ ਧਰਤੀ ਤੋਂ ਇਸ ਧਰਤੀ ਤੇ ਆਏ ਆ ਜਿੱਥੋਂ ਸਿੱਖੀ ਦਾ ਬੀਜ ਪਣਪਿਆ, ਜਿੱਥੋਂ ਸਿੱਖੀ ਦਾ ਬੀਜ ਉੱਗਿਆ, ਜਿੱਥੋਂ ਸਿੱਖੀ ਸ਼ੁਰੂਆਤ ਹੋਈ, ਮਨੁੱਖਤਾ ਦੀ ਸ਼ੁਰੂਆਤ ਹੋਈ। ਮੈਂ ਨਹੀਂ ਗੱਲ ਕਰਦਾ ਕਿ ਇਕੱਲੇ ਸਿੱਖਾਂ ਦੀ ਸ਼ੁਰੂਆਤ ਹੋਈ, ਇੱਕ ਇਨਸਾਨਾਂ ਦੀ ਸ਼ੁਰੂਆਤ ਹੋਈ ਹੈ। ਬਾਬਾ ਨਾਨਕ ਹਿੰਦੂਆਂ ਦਾ ਗੁਰੂ, ਸਿੱਖਾਂ ਦਾ ਤਾਂ ਹੈ ਹੀ ਸਾਰਾ ਕੁਝ ਹੈ, ਤੇ ਮੁਸਲਮਾਨਾਂ ਦਾ ਪੀਰ। ਤੇ ਮੈਨੂੰ ਉਹ ਗੱਲ ਉਹਦੀ ਯਾਦ ਆ ਰਹੀ ਉਹਨਾਂ ਦੀ ਕਿ ਅਲਾਮਾ ਇਕਬਾਲ ਹੋਏ ਨੇ, ਡਾਕਟਰ ਮੁਹੰਮਦ ਇਕਬਾਲ ਜੀ। ਉਹ ਕਹਿੰਦੇ ਨੇ ਫਿਰ ਉੱਥੇ ਉੱਠੀ ਹਿੰਦ ਕੀ ਤੌਹੀਦ ਸੇ, हिंद को एक मर्दे कामिल ने जगाया ख्वाब से। एक ऐसा मर्दे कामिल ਇੱਥੇ 1469 ਈਸਵੀ ਦੇ ਵਿੱਚ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਧੰਨ ਬਾਬਾ ਕਾਲੂ ਜੀ ਦੇ ਘਰ ਗ੍ਰਹਿ ਵਿਖੇ ਪੈਦਾ ਹੋਏ, ਪਟਵਾਰੀਆਂ ਦੇ ਘਰ, ਪਰ ਜਿਨ੍ਹਾਂ ਨੇ ਦੁਨੀਆ ਰੁਸ਼ਨਾ ਕੇ ਰੱਖਤੀ, ਦੁਨੀਆ ਦੇ ਵਿੱਚ ਚਾਨਣ ਹੋਇਆ। ਐਸੇ ਵਾਹਿਦ ਪੀਰ ਹੋਏ ਨੇ ਇੱਕੋ ਇੱਕ ਬਾਬਾ ਨਾਨਕ, ਜਿਹਨੂੰ ਸਾਰੇ ਧਰਮਾਂ, ਜ਼ਾਤਾਂ, ਗੋਤਾਂ, ਮਜ਼ਹਬਾਂ ਦੇ ਮਤਲਬ ਭਾਵੇਂ ਉਹ ਸਿੱਖ ਸੀ, ਹਿੰਦੂ ਸੀ, ਬੋਧੀ ਸੀ, ਕ੍ਰਿਸਚਨ ਸੀ, ਸਾਰਿਆਂ ਨੇ ਪਿਆਰ ਕੀਤਾ ਤੇ ਬਾਬੇ ਨਾਨਕ ਨੇ ਝੋਲੀਆਂ ਖੋਲ ਕੇ ਪਿਆਰ ਦਿੱਤਾ। ਤੇ ਮੈਂ ਸੋਚਦਾ ਸਾਡੀ ਨਾ ਜਿੰਨੀ ਕੁ ਉਮਰ ਹੋ ਗਈ, ਬਦਕਿਸਮਤੀ ਹੋਏਗੀ ਕਿ ਅਸੀਂ ਇੰਨੀ ਦੇਰ 'ਚ ਇੱਥੇ ਨਹੀਂ ਪੁੱਜ ਸਕੇ। ਦਿਨ ਰਾਤ ਅਰਦਾਸਾਂ ਕਰਦੇ ਸੀ, ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠਾ, ਭਾਵੇਂ ਉਹ ਸਾਡੇ ਸਿੰਧੀ ਭਰਾ ਨੇ, ਭਾਵੇਂ ਪਾਕਿਸਤਾਨ, ਅਫਗਾਨਿਸਤਾਨ, ਅਮਰੀਕਾ, ਕੈਨੇਡਾ ਜਾਂ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ ਬੈਠੇ ਨੇ, ਉਹਨਾਂ ਨੇ ਦਿਨ ਰਾਤ ਅਰਦਾਸਾਂ ਕੀਤੀਆਂ ਕਿ ਹੇ ਸੱਚੇ ਪਾਤਸ਼ਾਹ, ਸਾਨੂੰ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਨਾਲ, ਜਿੱਥੋਂ ਪੰਥ ਨੂੰ ਵਿਛੋੜਿਆ ਗਿਆ 47 ਤੋਂ ਬਾਅਦ, ਖੁੱਲੇ ਦਰਸ਼ਨ ਦਿਦਾਰੇ ਬਖਸ਼ਿਓ। ਤੇ ਅੱਜ ਸਾਡੀ ਅਰਦਾਸ ਮੈਂ ਕਹਿੰਦਾ ਪ੍ਰਵਾਨ ਕੀਤੀ, ਉਸ ਵਾਹਿਗੁਰੂ ਨੇ ਦਿਨ ਰਾਤ ਦੀਆਂ ਕੀਤੀਆਂ ਅਰਦਾਸਾਂ ਪ੍ਰਵਾਨ ਹੋਈਆਂ, ਸਾਨੂੰ ਨਨਕਾਣੇ ਦੀ ਧਰਤੀ ਤੇ ਪਹੁੰਚਣ ਦਾ ਬਲ ਬਖਸ਼ਿਆ। ਉਸ ਗੁਰੂ ਨੇ ਕਿਰਪਾ ਕੀਤੀ, ਆਪ ਬਾਬੇ ਨਾਨਕ ਨੇ ਬੁਲਾਇਆ। ਤੇ ਸੱਚ ਜਾਣਿਓ, ਇੰਨੇ ਮਸ਼ਗੂਲ ਆ ਤੁਹਾਡੇ, ਇੰਨੇ ਦਿਲ ਖੋਲ ਕੇ ਸਾਡੇ ਕੋਲ ਲਫ਼ਜ਼ ਨਹੀਂ ਹੈਗੇ, ਅਸੀਂ ਕਿਹਨਾਂ ਲਫ਼ਜ਼ਾਂ 'ਚ ਬਿਆਨ ਕਰ ਸਕੀਏ ਜਿੰਨਾ ਪਿਆਰ, ਸਤਿਕਾਰ, ਮੁਹੱਬਤ ਤੁਸੀਂ ਦਿੱਤੀ ਹੈ, ਇਸ ਧਰਤੀ ਨੇ ਦਿੱਤੀ ਹੈ। ਅਸੀਂ ਆ ਰਹੇ ਸੀ, ਭਾਵੇਂ ਉੱਥੋਂ ਵਾਹਗਾ ਬਾਰਡਰ ਤੋਂ ਚੈੱਕ ਪੋਸਟ ਦੇ ਉੱਪਰ, ਭਾਵੇਂ ਰਸਤੇ ਜਿੱਥੋਂ ਜਿੱਥੋਂ ਲੰਘੇ ਆ, ਦਿਲ ਖੋਲ ਕੇ ਬੇਪਨਾਹ ਮੁਹੱਬਤ ਦਿੱਤੀ ਹੈ। ਅਸੀਂ ਸਾਰੀ ਜ਼ਿੰਦਗੀ ਲੱਗੇ ਰਹੀਏ, ਨਹੀਂ ਅਦਾ ਕਰ ਸਕਦੇ ਹੈਗੇ। ਅਸੀਂ ਬਾਬਾ ਮਰਦਾਨਾ ਦੇ ਬੜੇ ਧੰਨਵਾਦੀ ਹਾਂ, ਬਾਬਾ ਮਰਦਾਨਾ ਦੇ ਅਸੀਂ ਖੈਰ ਮਕਦਮ ਆ, ਉਹਨਾਂ ਦੇ ਚਰਨ ਅਸੀਂ ਨਵਾਜਣਾ ਚਾਹੁੰਦੇ ਹਾਂ ਕਿ ਬਾਬਾ ਨਾਨਕ ਨੇ ਸਾਰੀ ਉਮਰ ਬਾਬਾ ਨਾਨਕ ਦੇ ਨਾਲ ਭਾਈ ਮਰਦਾਨਾ ਜੀ ਨੇ ਗੁਜ਼ਾਰੀ, ਤੇ ਸਾਡੀ ਤੁਹਾਡੀ ਇੱਦਾਂ ਹੀ ਨਿਭ ਜਾਵੇ, ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਨਿਭ ਜਾਵੇ। ਇਹ ਕੋਈ ਵੈਰ ਵਿਰੋਧ ਦੀਆਂ, ਨਫ਼ਰਤ ਦੀਆਂ, ਕੋਈ ਗਲਤ ਬੰਦਿਆਂ ਨੇ, ਸ਼ਰਾਰਤੀ ਅਨਸਰਾਂ ਦੀਆਂ ਫੈਲਾਈਆਂ ਹੋਈਆਂ ਗੱਲਾਂ ਨੇ। ਤੇ ਬੜੀ ਪਾਕ ਤੇ ਪਵਿੱਤਰ ਧਰਤੀ ਹੈ, ਬੜਾ ਇਨਸ਼ਾਅੱਲਾ ਇੰਨੀ ਮੁਹੱਬਤ ਮਿਲੀ ਹੈ ਸਾਨੂੰ, ਅਸੀਂ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕੇ। ਤੇ ਵਾਹਿਗੁਰੂ ਕਰੇ ਐਦਾਂ ਹੀ ਨਿਭ ਜਾਵੇ ਤੇ ਜਿਹੜੀਆਂ ਦੂਰੀਆਂ ਇਹ ਮਿਟ ਜਾਣ, ਕੋਈ ਲਕੀਰ ਨਾ ਹੋਵੇ। ਇਹ ਲਕੀਰ ਜਿਹੜੀ ਵਾਘੇ ਦੀ ਖਿੱਚੀ ਗਈ ਹੈ, ਬਿਲਕੁਲ ਦੂਰ ਹੋ ਜਾਵੇ, ਗਲਵਕੜੀ ਪਾ ਕੇ ਮਿਲੀਏ। ਅਸੀਂ ਇਹ ਅਮਨ ਦਾ ਪੈਗਾਮ ਲੈ ਕੇ ਆਏ ਹਾਂ, ਅਸੀਂ ਇਹ ਖੁਸ਼ੀ ਦਾ ਪੈਗਾਮ ਲੈ ਕੇ ਆਏ ਹਾਂ, ਆਪਣੇ ਆ। ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਜੀ ਵਕੀਲ ਸਾਹਿਬ, ਸਾਡੇ ਜਿੰਨੇ ਵੀ ਭਾਈ ਆਏ ਸੀਗੇ, ਇਹਨਾਂ ਨੇ ਆਪਣਾ ਇੱਕ ਖੋਲ ਕੇ ਆਪਣੇ ਜਿਹੜਾ ਕਹਿ ਲਓ ਅੰਦਰ ਖੋਲ ਕੇ ਰੱਖ ਦਿੱਤਾ, ਔਰ ਇਹਨਾਂ ਦੇ ਵਿੱਚੋਂ ਸਾਨੂੰ ਮੁਹੱਬਤ ਹੀ ਨਜ਼ਰ ਆਈ ਆ। ਅੱਲਾ ਕਰੇ ਆਉਣ ਵਾਲੇ ਵਕਤ ਦੇ ਵਿੱਚ ਇਹ ਮੁਹੱਬਤ ਇਸ ਤੋਂ ਵੀ ਜ਼ਿਆਦਾ ਦੁੱਗਣੀ ਤਿੱਗਣੀ ਹੋ ਜਾਵੇ, ਤੇ ਇਸੇ ਤਰ੍ਹਾਂ ਹੀ ਆਉਣ ਜਾਣ ਲੱਗਿਆ ਰਹੇ, ਔਰ ਸਾਨੂੰ ਇਹਨਾਂ ਦੇ ਖੂਬਸੂਰਤ ਚਿਹਰੇ ਦੇਖਣ ਨੂੰ ਮਿਲਦੇ ਰਹਿਣ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ। ਖੁਦਾ ਕਰੇ ਪ੍ਰਮਾਤਮਾ ਇੱਦਾਂ ਹੀ ਨਨਕਾਣਾ, ਇਹ ਪਾਕਿਸਤਾਨ ਪਵਿੱਤਰ ਧਰਤੀ, ਇਹ ਇੱਦਾਂ ਹੀ ਵਸਦਾ ਰਹੇ, ਘੁੱਗ ਵਸਦਾ ਰਹੇ, ਹੋਰ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਕਰੋ, ਮੁਹੱਬਤ ਦੇ ਇੱਦਾਂ ਹੀ ਪੈਗਾਮ ਵੰਡੇ ਜਾਣ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।